नानक भगता सदा विगास, सुने दुख पाप का नास। गुरु प्यारे खालसा जीओ, वाहिगुरू जी का खालसा, वाहिगुरू जी की फतेह। ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੇ ਪਹਿਲੇ ਭਾਗ ਵਿੱਚ ਅਸੀਂ ਪਰਮੇਸ਼ਰ ਦਾ ਨਾਮ ਜਪਣ ਦੇ ਲਾਭ, ਪਰਮੇਸ਼ਰ ਦੇ ਨਾਮ ਦੀ ਉਚਤਾ, ਸਿਮਰਨ ਦੀ ਮਹਾਨਤਾ, ਸਿਮਰਨ ਦੇ ਮਹੱਤਵ ਨੂੰ ਅਸੀਂ ਜਾਣਿਆ। ਹੁਣ ਜੋ ਪੰਜਵਾਂ ਪਦ ਹੈ ਇਸ ਪਹਿਲੀ ਅਸ਼ਟਪਦੀ ਦਾ, ਉਸ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਵੀ ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੀ ਕਿਹੜੀ ਕਿਹੜੀ ਅਵਸਥਾ ਹੈ। ਪ੍ਰਭ ਕੋ ਸਿਮਰਹਿ ਸੇ ਤਨਵੰਤੇ। ਜੇ ਅਸੀਂ ਸਿਮਰੇ ਲਿਖਾਂਗੇ ਤਾਂ ਇਸ ਤਰ੍ਹਾਂ ਆਏਗਾ। ਹੁਣ ਇੱਥੇ 4 ਅੱਖਰ ਨੇ, ਸਿਮਰ ਹੈ, ਹਾਹੇ ਨੂੰ ਸਿਹਾਰੀ ਹੈ, ਇਸ ਕਰਕੇ ਉਹਦੀ ਆਵਾਜ਼ ਆਣੀ ਚਾਹੀਦੀ ਹਾਹੇ ਦੀ। ਪ੍ਰਭ ਕੋ ਸਿਮਰ ਹੈ ਸੇ ਤਨਵੰਤੇ, ਪ੍ਰਭੂ ਨੂੰ ਸਿਮਰਨ ਵਾਲੇ ਅਸਲੀ ਧਨਵਾਨ ਨੇ, ਕਿਉਂਕਿ ਜੋ ਸੰਸਾਰ ਦੇ ਜਿਤਨੇ ਵੀ ਧਨ ਪਦਾਰਥ ਨੇ ਸਾਰੇ ਜਾਣ ਵਾਲੇ ਨੇ, ਅੱਜ ਕਿਸੇ ਕੋਲ ਨੇ, ਕੱਲ ਨੂੰ ਕਿਸੇ ਹੋਰ ਕੋਲ ਪਹੁੰਚ ਜਾਣੇ, ਪਰੰਤੂ ਇਹ ਜੋ ਨਾਮ ਦਾ ਵਪਾਰ ਹੈ, ਜੋ ਨਾਮ ਦੀ ਵੱਥ ਹੈ, ਜੋ ਨਾਮ ਦਾ ਧਨ ਹੈ, ਜੋ ਖਟਦਾ ਹੈ, ਜੋ ਇਸ ਨੂੰ ਕਮਾਉਂਦਾ ਹੈ, ਉਸ ਦੇ ਨਾਲ ਪਰਲੋਕ ਤੱਕ ਨਿਭਦੀ ਹੈ, ਅਗਲੇ ਜਨਮਾਂ ਤੱਕ ਜਾ ਕੇ ਨਿਭਦੀ ਹੈ। ਕਿਉਂਕਿ ਇਹ ਜੋ ਪਦਾਰਥ ਹੈ ਨਾਮ ਦਾ, ਇਹ ਕੋਈ ਖੀਣ ਹੋ ਜਾਣ ਵਾਲਾ, ਕੋਈ ਖਤਮ ਹੋ ਜਾਣ ਵਾਲਾ, ਨਾਸ਼ ਹੋਣ ਵਾਲਾ ਪਦਾਰਥ ਨਹੀਂ। ਕਿਉਂਕਿ ਜਲ ਨਹੀਂ ਡੂਬੈ ਤਸਕਰ ਨਹੀਂ ਲੈਵੇ, ਨਾ ਇਹ ਪਦਾਰਥ ਐਸਾ ਧਨ ਹੈ ਜੋ ਜਲ ਵਿੱਚ ਡੁੱਬ ਕੇ ਖਰਾਬ ਹੋ ਜਾਵੇ, ਐਸਾ ਧਨ ਹੈ ਜਿਸ ਨੂੰ ਚੋਰ ਚੁਰਾ ਕੇ ਲੈ ਜਾਵੇ, ਔਰ ਜੋ ਐਸਾ ਧਨ ਵੀ ਨਹੀਂ ਜਿਸ ਨੂੰ ਅੱਗ ਜਲਾ ਸਕੇ। ਐਸਾ ਨਾਮ ਪਦਾਰਥ, ਐਸਾ ਧਨ ਹੈ ਕਿ ਜੋ ਦਰਗਾਹ ਤੱਕ ਨਾਲ ਨਿਭਦਾ ਹੈ। ਇਸ ਕਰਕੇ ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ ਦੁਨੀਆ ਦੇ ਸ੍ਰੇਸ਼ਟ ਧਨਵਾਨ ਹਨ। ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪਤ ਕਹਿੰਦੇ ਪ੍ਰਤਿਸ਼ਠਾ ਨੂੰ, ਪਤ ਕਹਿੰਦੇ ਆਦਰ ਨੂੰ, ਪਤ ਕਹਿੰਦੇ ਇੱਜ਼ਤ ਨੂੰ, ਲਾਜ ਨੂੰ। ਜੋ ਪ੍ਰਭੂ ਦਾ ਨਾਮ ਸਿਮਰਨ ਕਰਨ ਵਾਲੇ ਨੇ, ਉਹਨਾਂ ਦੇ ਇਸ ਸੰਸਾਰ ਵਿੱਚ ਵੀ ਪਤ ਰਹਿ ਆਉਂਦੀ ਹੈ, ਉਹ ਪਰਲੋਕ ਵਿੱਚ ਵੀ ਉਹਨਾਂ ਨੂੰ ਨਾਮ ਦਾ ਪਰਦਾ ਮਿਲਦਾ, ਉਹਨਾਂ ਦੇ ਪਰਦੇ ਢੱਕ ਲੈਂਦਾ ਹੈ। ਕਿਉਂਕਿ ਗੁਰਬਾਣੀ ਕਹਿੰਦੀ ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹੇ ਰਾਜਾ ਰਾਣਾ। ਇਸ ਦੁਨੀਆ ਦੀ ਰੀਤ ਹੈ ਔਰ ਪਰਲੋਕ ਵਿੱਚ ਵੀ ਰੀਤ ਹੈ। ਜਿਸ ਕਿਸੇ ਮਨੁੱਖ ਨੂੰ ਖੜਿਆ ਜਾਂਦਾ, ਲਿਜਾਇਆ ਜਾਂਦਾ, ਉਸ ਨੂੰ ਵਸਤਰਹੀਨ ਕਰਕੇ ਲਿਜਾਇਆ ਜਾਂਦਾ, ਪਰੰਤੂ ਜੋ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਦਰਗਾਹ ਵਿੱਚ ਵੀ ਆਦਰ ਨਾਲ ਪਹਿਰਣ ਮਿਲਦਾ ਹੈ, ਇੱਕ ਲਿਬਾਸ ਮਿਲਦਾ, ਜਿਸ ਕਰਕੇ ਉਹਨਾਂ ਦੀ ਪੱਤ ਢੱਕੀ ਹੋਈ ਜਾਂਦੀ ਹੈ। ਇਸ ਕਰਕੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਉਹ ਪਤ ਵਾਲੇ, ਇੱਜ਼ਤ ਪ੍ਰਤਿਸ਼ਠਾ ਵਾਲੇ ਨੇ। ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਜੋ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਨੇ ਉਹ ਪਰਵਾਨ ਹਨ। ਜਿਵੇਂ ਕਿ ਜਪਜੀ ਸਾਹਿਬ 'ਚ ਲਿਖਿਆ ਹੈ, ਪੰਚ ਯਾਨੀ ਭਗਤ, ਪੰਚ ਪਰਵਾਨ, ਪੰਚ ਪ੍ਰਧਾਨ। ਪ੍ਰਧਾਨ ਦਾ ਮਤਲਬ ਹੈ ਸ੍ਰੇਸ਼ਟ, ਰਾਜੇ। ਤੇ ਜੋ ਨਾਮ ਜਪਣ ਵਾਲੇ ਨੇ ਉਹ ਪ੍ਰਵਾਨ ਨੇ ਦਰਗਾਹ ਵਿੱਚ, ਦਰਗਾਹ ਵਿੱਚ ਪਰਮੇਸ਼ਰ ਦੇ ਨਾਮ ਕਰਕੇ ਉਹ ਪ੍ਰਧਾਨ ਨੇ। ਪੰਚੇ ਪਾਵੈ ਦਰਗਹਿ ਮਾਨ, ਔਰ ਉਹਨਾਂ ਪੰਚਾਂ ਪ੍ਰਭੂ ਦੇ ਪਿਆਰਿਆਂ ਭਗਤਾਂ ਨੂੰ ਦਰਗਾਹ ਵਿੱਚ ਸਨਮਾਨ ਮਿਲਦਾ ਹੈ ਨਾਮ ਕਰਕੇ। ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਇੱਥੇ ਹੈ ਪ੍ਰਧਾਨ। ਪੁਰਖ ਪ੍ਰਧਾਨ ਉਹ ਨੇ ਜੋ ਸ੍ਰੇਸ਼ਟ ਨੇ, ਜੋ ਮੁਖੀ ਜਨ ਨੇ। ਨਾਮ ਜਪਣ ਵਾਲੇ ਆਮ ਸੰਸਾਰ ਦੇ ਲੋਕਾਂ ਵਰਗੇ ਨਹੀਂ, ਸਗੋਂ ਲੋਕਾਂ ਤੋਂ ਉੱਚੇ, ਸ੍ਰੇਸ਼ਟ ਔਰ ਮਾਨਨੀय ਹੋ ਜਾਂਦੇ। ਇਸ ਕਰਕੇ ਉਹ ਪੁਰਖ ਪ੍ਰਧਾਨ ਨੇ। ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ, ਸੱਸੇ ਨੂੰ ਜੇ ਸਿਹਾਰੀ ਆ ਜਾਵੇ ਇਕੱਲੇ ਨੂੰ ਤੇ ਉਹ ਸੀ ਨਹੀਂ ਹੈ, ਉਹ ਸੇ ਦੀ ਸਾਊਂਡ ਆਉਂਦੀ ਹੈ। ਇਸ ਤਰ੍ਹਾਂ ਜਾ ਨੂੰ ਜੇ ਸਿਹਾਰੀ ਤੇ ਉਹ ਜੇ ਦੀ, ਹਲਕੇ ਜੇ ਜੇ ਦੀ ਸਾਊਂਡ ਆਉਂਦੀ ਹੈ। ਇਸ ਕਰਕੇ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਉਹਨਾਂ ਨੂੰ ਕਿਸੇ ਦੀ ਮੁਹਤਾਜੀ ਨਹੀਂ। ਸੰਸਾਰ ਵਿੱਚ ਸਾਰੇ ਮਨੁੱਖਾਂ ਨੂੰ ਕਿਸੇ ਨਾ ਕਿਸੇ ਦਾ ਆਸਰਾ, ਕਿਸੇ ਨਾ ਕਿਸੇ ਦੀ ਓਟ ਹੈ, ਕਿਸੇ ਨਾ ਕਿਸੇ ਦੀ ਮੁਹਤਾਜੀ ਹੈ, ਕਿਸੇ ਨਾ ਕਿਸੇ ਦੀ ਅਧੀਨਗੀ ਹੈ। ਪਰੰਤੂ ਨਾਮ ਜਪਣ ਵਾਲੇ ਸਿਰਫ ਇੱਕ ਦੇ ਅਧੀਨ ਹੋ ਕੇ ਸੰਸਾਰ ਦੀ ਮੁਹਤਾਜੀ ਤੋਂ, ਸੰਸਾਰ ਦੀ ਅਧੀਨਗੀ ਤੋਂ ਬਚ ਜਾਂਦੇ ਨੇ। ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਰਾਜੇ ਤੋਂ ਭਾਵ ਸ੍ਰੇਸ਼ਟ, ਰਾਜੇ ਤੋਂ ਭਾਵ ਮਾਨਨੀय। ਪ੍ਰਭੂ ਦਾ ਸਿਮਰਨ ਕਰਨ ਵਾਲੇ ਜੋ ਸਤਿਪੁਰਖ ਨੇ
ਉਹ ਸਭ ਦੇ ਮਨ ਦੇ ਰਾਜੇ ਨੇ, ਭਾਵ ਸਭ ਦੇ ਸਤਕਾਰੇ ਜਾਣ ਵਾਲੇ ਨੇ। ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ, ਉਹ ਆਪਣੀ ਆਤਮਾ ਦੇ ਸੁਖ ਵਿੱਚ ਨਿਵਾਸ ਕਰਦੇ ਨੇ। ਦੁਨੀਆ ਦੀਆਂ ਦੁੱਖ, ਦੁਨੀਆ ਦੀਆਂ ਊਣਤਾਈਆਂ, ਦੁਨੀਆ ਦੇ ਕਸ਼ਟ, ਸਰੀਰ ਦੇ ਆਦ ਵਿਆਦ ਉਪਾਦ, ਕਿਸੇ ਪ੍ਰਕਾਰ ਦੇ ਜੋ ਕਸ਼ਟ ਨੇ, ਜੋ ਵੀ ਵਿਘਨ ਨੇ, ਉਹ ਉਸ ਨਾਮ ਸਿਮਰਨ ਕਰਨ ਵਾਲੇ ਨੂੰ ਨਹੀਂ ਲੱਗਦੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ। ਵਿਘਨ ਨਾ ਲੱਗਣ ਕਰਕੇ, ਰੋਗ ਨਾ ਲੱਗਣ ਕਰਕੇ ਉਹ ਪਰਮ ਸੁਖ ਦੇ ਨਿਵਾਸ ਕਰਨ ਵਾਲੇ ਹੋ ਜਾਂਦੇ ਹਨ। ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ, ਕਿਉਂਕਿ ਉਹ ਅਵਿਨਾਸ਼ੀ ਪੁਰਖ ਨੂੰ ਸਿਮਰਦੇ ਨੇ, ਅਵਿਨਾਸ਼ੀ ਦਾ ਸਿਮਰਨ ਕਰਨ ਵਾਲੇ ਨੇ। ਇਸ ਕਰਕੇ ਉਹਨਾਂ ਦਾ ਵੀ ਸੰਤਾਂ ਭਗਤਾਂ ਸਤਿਪੁਰਖਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਨਾਸ਼ ਰਹਿਤ ਹੋ ਜਾਂਦੇ ਨੇ ਔਰ ਉਹ ਹਮੇਸ਼ਾ ਸ਼ੁੱਧ ਸਰੂਪ ਹੋ ਕੇ, ਆਤਮ ਸਰੂਪ ਹੋ ਕੇ ਸੰਸਾਰ ਵਿੱਚ ਵਿਚਰਦੇ ਹਨ। ਉਹਨਾਂ ਨੂੰ ਮੌਤ, ਜੋ ਸੰਸਾਰਿਕ ਲੋਕਾਂ ਨੂੰ ਜੋ ਮੌਤ ਪੈਂਦੀ ਹੈ, ਜੋ ਕਿ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੀ ਹੈ, ਐਸੀ ਜੋ ਹਾਲਤ ਹੈ ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੀ ਨਹੀਂ ਹੁੰਦੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਇੱਥੇ ਜੇ ਦਿਆਲ ਹੁੰਦਾ ਤੇ 3 ਅੱਖਰ ਹੁੰਦੇ, ਇੱਥੇ 4 ਅੱਖਰ ਨੇ ਦਇਆਲਾ। ਜੋ ਸਿਮਰਨ ਕਰਨ ਵਾਲੇ ਨੇ ਉਹਨਾਂ ਤੇ ਪ੍ਰਭੂ ਆਪ ਪਿਆਰ ਦੀ ਵਰਖਾ ਕਰਦਾ ਹੈ, ਉਹਨਾਂ ਤੇ ਆਪ ਦਿਆਲੂ ਰਹਿੰਦਾ ਹੈ ਔਰ ਇੱਕ ਸਮੇਂ ਨਹੀਂ ਸਦੀਵ ਕਾਲ ਦਿਆਲੂ ਰਹਿੰਦਾ ਹੈ। ਨਾਨਕ ਜਨ ਕੀ ਮੰਗੈ ਰਵਾਲਾ, ਗੁਰੂ ਸਾਹਿਬ ਲਿਖਦੇ ਨੇ ਕਿ ਮੈਂ ਐਸੇ ਸਤਿਪੁਰਖਾਂ ਦੀ ਜੋ ਪ੍ਰਭੂ ਦਾ ਨਾਮ ਸਿਮਰਨ ਕਰਦੇ ਨੇ, ਨਾਮ ਸਿਮਰਨ ਕਰਕੇ ਮਾਨਨੀਏ ਹੋ ਜਾਂਦੇ ਨੇ, ਉੱਚੀ ਅਵਸਥਾ ਹੋ ਜਾਂਦੀ ਹੈ, ਇਸ ਕਰਕੇ ਮੈਂ ਉਹਨਾਂ ਦੇ ਚਰਨਾਂ ਦੀ ਰਵਾਲ ਯਾਨੀ ਚਰਨਾਂ ਦੀ ਧੂੜ ਦਾ ਜਾਚਕ ਹਾਂ। ਮੈਂ ਐਸਿਆਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਨਾ ਚਾਹੁੰਦਾ ਹਾਂ। ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਐਸੇ ਜੋ ਸਤਿਪੁਰਖਾਂ ਦੀ ਧੂੜੀ ਹੈ ਉਹ ਫਲਦਾਈ ਹੈ, ਉਹ ਦਰਗਾਹ ਵਿੱਚ ਵੀ ਛੁਟਕਾਰਾ ਕਰਨ ਵਾਲੀ ਹੈ। ਇਸ ਕਰਕੇ ਕਿਉਂਕਿ ਉਹ ਪ੍ਰਭੂ ਦੇ ਪਿਆਰੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੇਰੇ ਦਾਸਾਂ ਦਾ ਵੀ ਦਾਸ ਹੋ ਕੇ ਉਹਨਾਂ ਦੀ ਚਰਨ ਧੂੜੀ ਆਪ ਜੀ ਤੋਂ ਮੰਗਦਾ ਹਾਂ। ਨਾਨਕ ਜਨ ਕੀ ਮੰਗੈ, 2 ਮਾਤਰਾ ਨੇ, ਦੁਲਾਈਆਂ ਨੇ, ਇਸ ਕਰਕੇ ਮੰਗੈ ਰਵਾਲਾ, ਰਵਾਲ ਕਹਿੰਦੇ ਚਰਨ ਧੂੜ ਨੂੰ। 6ਵਾਂ ਪਦਾ ਹੈ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ। ਹੁਣ ਹਮੇਸ਼ਾ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਦੂਜੇ ਦਾ ਭਲਾ ਕਰਨ ਦਾ ਚਾਅ ਛਾਇਆ ਰਹਿੰਦਾ ਹੈ। ਉਹ ਕਦੇ ਵੀ ਦੂਜੇ ਦੇ ਭਲੇ ਤੋਂ ਹਟਦੇ ਨਹੀਂ, ਹਮੇਸ਼ਾ ਖੁਸ਼ੀ ਖੁਸ਼ੀ ਆਪਣਾ ਸਰੀਰ ਵੀ ਦੇ ਕੇ ਉਹ ਲੋਕਾਂ ਦਾ ਭਲਾ, ਲੋਕਾਂ ਦਾ ਉਪਕਾਰ ਕਰਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਇਤਨੇ ਸਾਰੇ ਗੁਣ ਨੇ, ਪਰਮੇਸ਼ਰ ਦੇ ਪਿਆਰੇ ਨੇ, ਮਿੱਠੇ ਗੁਣਾਂ ਵਾਲੇ ਨੇ। ਇਸ ਕਰਕੇ ਮੈਂ ਐਸੇ ਸਤਿਪੁਰਖਾਂ ਤੋਂ, ਨਾਮ ਜਪਣ ਵਾਲਿਆਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਸਦ ਬਲਿਹਾਰ ਜਾਂਦਾ ਹਾਂ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਉਹ ਦੇਖੋ ਜੋ ਪ੍ਰਭੂ ਦਾ ਨਾਮ ਜਪਣ ਵਾਲੇ ਨੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਨੇ, ਉਹ ਆਪ ਹੀ ਸੋਹਣੇ ਹੋ ਜਾਂਦੇ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ, ਜੋ ਸੰਗਤ ਵਿੱਚ ਬੈਠਦੇ ਨੇ ਉਹਨਾਂ ਦੇ ਮੁਖ ਪ੍ਰਭੂ ਆਪ ਉਜਲੇ, ਆਪ ਪ੍ਰਕਾਸ਼ਮਨ, ਆਪ ਨੂਰਾਨੀ ਕਰ ਦਿੰਦਾ ਹੈ, ਰੋਸ਼ਨੀ ਵਾਲੇ ਕਰ ਦਿੰਦਾ ਹੈ। ਸੋ ਐਸੇ ਪੁਰਖਾਂ ਦਾ ਜੋ ਚਿਹਰਾ ਹੈ ਉਹ ਪ੍ਰਭੂ ਦੇ ਨਾਮ ਦੀ ਆਭਾ ਕਰਕੇ ਹਮੇਸ਼ਾ ਚਮਕਦਾ ਹੈ ਔਰ ਸੁੰਦਰ ਹੋ ਜਾਂਦਾ ਹੈ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਜੋ ਸੁੰਦਰਤਾ ਹੈ, ਆਤਮਿਕ ਸੁੰਦਰਤਾ ਉਹਨਾਂ ਦੇ ਚਿਹਰੇ ਤੋਂ ਝਲਕਦੀ ਹੈ, ਕਿਉਂਕਿ ਇਹ ਜੋ ਸਾਡਾ ਇਨਸਾਨੀ ਚਿਹਰਾ ਹੈ ਇਹ ਸਾਡੇ ਮਨ ਦੇ ਭਾਵਾਂ ਦਾ ਸ਼ੀਸ਼ਾ ਹੈ। ਜਿਸ ਤਰ੍ਹਾਂ ਦਾ ਅੰਦਰਲਾ ਮਨ ਹੋਵੇਗਾ, ਜਿਸ ਤਰ੍ਹਾਂ ਦੀ ਅੰਦਰਲੀ ਸ਼ਾਂਤੀ ਹੋਵੇਗੀ, ਚਿਹਰੇ ਤੇ ਉਸ ਤਰ੍ਹਾਂ ਦੀ ਆਭਾ, ਉਸ ਤਰ੍ਹਾਂ ਦੇ ਭਾਵ ਪੈਦਾ ਹੋ ਜਾਂਦੇ ਹਨ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ, ਜੋ ਪ੍ਰਭੂ ਦਾ ਨਾਮ ਜਪਣ ਵਾਲੇ ਨੇ ਉਹਨਾਂ ਦਾ ਜੋ ਸਮਾਂ ਹੈ ਉਹ ਸਦੀਵ ਕਾਲ ਸੁਖ ਵਿੱਚ ਬੀਤਦਾ ਹੈ। ਉਹ ਦੁਨੀਆ ਦੇ ਦੁੱਖਾਂ ਨੂੰ ਲੈ ਕੇ ਗਮਗੀਨ ਨਹੀਂ ਹੁੰਦੇ, ਦੁਨੀਆ ਦੇ ਸੁੱਖਾਂ ਨੂੰ ਲੈ ਕੇ ਉਛਲਦੇ ਨਹੀਂ। ਇਸ ਤੋਂ ਭਾਵ ਹੈ ਕਿ ਉਹਨਾਂ ਦਾ ਜੋ ਸਮਾਂ ਹੈ ਇੱਕ ਰਸ
ਟਿਕਿਆ ਹੋਇਆ ਸੁਖ ਵਿੱਚ ਬਤੀਤ ਹੁੰਦਾ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਹੁਣ ਜੋ ਇਹ ਆਤਮ ਹੈ, ਇਹ ਜੋ ਮਨ ਹੈ, ਬਹੁਤ ਚੰਚਲ ਹੈ। ਕਬਹੂ ਜੀਰਾ ਊਹ ਵਿਚਰਤ ਹੈ, ਕਬਹੂ ਜਾਏ ਪਿਆਲੇ। ਕਦੇ ਤਾਂ ਇੰਨਾ ਮਹਾਨ ਹੋ ਜਾਂਦਾ, ਬਹੁਤ ਉੱਚੀਆਂ ਗੱਲਾਂ ਕਰਦਾ ਹੈ, ਕਦੇ ਇਤਨੀਆਂ ਨੀਵੀਆਂ ਗੱਲਾਂ ਸੋਚਦਾ ਹੈ। ਇਹ ਆਪਾ, ਇਹ ਮਨ ਕਿ ਬਹੁਤ ਨੀਵਾਂ, ਬਹੁਤ ਡਿੱਗ ਜਾਂਦਾ ਹੈ। ਪਰੰਤੂ ਜਦੋਂ ਕੋਈ ਨਾਮ ਜਪਦਾ ਹੈ, ਉਸ ਦਾ ਮਨ ਸਾਵਾਂ, ਇੱਕ ਰਸ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਫਰਮਾਉਂਦੇ ਨੇ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਉਹ ਆਪਣਾ ਆਪਾ, ਆਪਣਾ ਜਿਤੇਂਦਰੀਏ ਹੋ ਜਾਂਦੇ ਨੇ, ਆਪਣੇ ਆਪ ਨੂੰ ਜਿੱਤ ਲੈਂਦੇ ਨੇ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਆਪਣਾ ਆਪਾ ਜਿੱਤਣ ਵਾਲੇ ਇਹ ਸਤਿਪੁਰਖ ਹੁੰਦੇ ਹਨ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਜੋ ਉਹਨਾਂ ਦੀ ਰੀਤ ਹੈ, ਜੋ ਉਹਨਾਂ ਦੀ ਰਹਿਤ ਬਹਿਤ ਹੈ, ਜੋ ਉਹਨਾਂ ਦੇ ਜੀਵਨ ਜੀਵਨ ਦਾ ਢੰਗ ਹੈ, ਜੋ ਜੀਵਨ ਦੇ ਉਹਨਾਂ ਦੇ ਕਾਰਜ ਨੇ, ਉਹ ਸਾਰੇ ਨਿਰਮਲ। ਉਹ ਮੈਲ ਤੋਂ, ਉਹ ਦਵੈਸ਼ ਤੋਂ, ਉਹ ਈਰਖਾ ਤੋਂ, ਉਹ ਬੁਰਾਈ ਤੋਂ, ਉਹ ਵਿਕਾਰਾਂ ਤੋਂ ਪਰੇ ਹੁੰਦੇ। ਇਸ ਕਰਕੇ ਜੋ ਉਹਨਾਂ ਦੀ ਰੀਤ ਹੈ, ਜੋ ਉਹਨਾਂ ਦਾ ਬਹਿਣ ਉੱਠਣ ਦਾ ਢੰਗ ਹੈ, ਜੋ ਜੀਵਨ ਜੀਉਣ ਦੀ ਉਹਨਾਂ ਦੀ ਰੀਤ ਹੈ, ਉਹ ਨਿਰਮਲ ਹੈ। ਉਸ ਵਿੱਚ ਕਿਸੇ ਪ੍ਰਕਾਰ ਦਾ ਕਲੰਕ ਨਹੀਂ, ਕਿਸੇ ਪ੍ਰਕਾਰ ਦਾ ਵੈਰ ਭਾਵ ਨਹੀਂ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ। ਇੱਥੇ ਆ ਨਾ ਔਰ ਦਾ ਹੈ। ਇਸ ਕਰਕੇ ਜਦੋਂ ਅਸੀਂ ਆਖਰੀ ਪੌੜੀ ਪੜ੍ਹਦੇ ਹਾਂ, ਆਨੰਦ ਸਾਹਿਬ ਦੇ ਵਿੱਚ ਲਿਖਿਆ ਹੈ, ਅਨੰਦ ਸੁਣੋ ਵਡਭਾਗੀ ਹੋ। ਉੱਥੇ ਵੀ ਆਨੰਦ ਨਹੀਂ ਹੈ, ਕਿਤੇ ਆਨੰਦ ਹੈ, ਕਿਤੇ ਆਨੰਦ ਹੈ, ਕਿਤੇ ਸਿਰਫ ਆਨੰਦ ਹੈ। ਇਸ ਪ੍ਰਕਾਰ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ। ਜੋ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਬਹੁਤ ਸਾਰੇ ਆਨੰਦ ਪ੍ਰਾਪਤ ਹੁੰਦੇ। ਯਾਨੀ ਸੰਸਾਰ ਦੇ ਜਿਤਨੇ ਵੀ ਕਾਰਜ ਨੇ, ਉਹਨਾਂ ਲਈ ਆਨੰਦਦਾਇਕ ਹੋ ਜਾਂਦੇ ਨੇ। ਜਿਤਨੀਆਂ ਵੀ ਬਾਤਾਂ, ਜਿਤਨੀਆਂ ਵੀ ਗੱਲਾਂ ਨੇ, ਉਹ ਸਾਰੀਆਂ ਆਨੰਦਦਾਇਕ ਹੋ ਜਾਂਦੀਆਂ ਨੇ। ਜਿਤਨੇ ਵੀ ਸਮਾਨ ਨੇ, ਜਿਤਨੇ ਵੀ ਸਾਧਨ ਨੇ, ਜਿਤਨੇ ਵੀ ਸੁੱਖ ਦੇ ਸਾਧਨ ਨੇ, ਉਹ ਸਾਰੇ ਹੀ ਆਨੰਦ ਦੇ ਦਾਤੇ ਹੋ ਜਾਂਦੇ ਹਨ। ਇਸ ਕਰਕੇ ਗੁਰੂ ਸਾਹਿਬ ਫਰਮਾਉਂਦੇ ਨੇ, ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ। ਜੀਵਨ ਵਿੱਚ ਬਹੁਤ ਸਾਰੇ ਕਨੇਰੇ ਤਬਾਹ, ਬਹੁਤ ਕਣੇ, ਬਹੁਤ ਜ਼ਿਆਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਔਰ ਜੋ ਪ੍ਰਭੂ ਨੂੰ ਸਿਮਰਦੇ ਨੇ, ਉਹ ਵਾਹਿਗੁਰੂ ਦੇ ਅੰਗ ਸੰਗ ਰਹਿੰਦੇ ਨੇ। ਇਸ ਨੂੰ ਕਹਿੰਦੇ ਹਜ਼ੂਰੀ ਦੀ ਪ੍ਰਤੀਤੀ। ਜਦੋਂ ਸਾਨੂੰ ਆਪਣਾ ਪ੍ਰਭੂ, ਉਸ ਦਾ ਨਾਮ ਜਪ ਜਪ ਕੇ ਅੰਗ ਸੰਗ ਲੱਗਦਾ ਹੈ, ਨੇੜੇ ਬੈਠਾ ਲੱਗਦਾ ਹੈ, ਅੰਦਰ ਸਮਾਇਆ ਲੱਗਦਾ ਹੈ, ਉਸ ਨਾਲ ਅਸੀਂ ਗੱਲਾਂ ਕਰਦੇ ਹਾਂ, ਉਸ ਦੀਆਂ ਗੱਲਾਂ ਗੁਰਬਾਣੀ ਰਾਹੀਂ ਸੁਣਦੇ ਹਾਂ। ਇਸ ਨੂੰ ਕਹਿੰਦੇ ਹਜ਼ੂਰੀ ਦੀ ਪ੍ਰਤੀਤੀ। ਗੁਰਮੁਖ ਪਿਆਰਿਆਂ ਵਿੱਚ ਪ੍ਰਭੂ ਦਾ ਨਾਮ ਜਪ ਜਪ ਕੇ ਹਜ਼ੂਰੀ ਦੀ ਪ੍ਰਤੀਤੀ, ਯਾਨੀ ਨੇੜਤਾ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਉਹ ਨੇੜੇ ਮਹਿਸੂਸ ਕਰਦੇ ਨੇ, ਜਾਂ ਆਪ ਪ੍ਰਭੂ ਦੇ ਨੇੜੇ ਹੋ ਜਾਂਦੇ ਨੇ। ਸੰਤ ਕਿਰਪਾ ਤੇ ਅਨਦਿਨ ਜਾਗ, ਦਿਨ ਰਾਤ ਜਾਗਦਾ ਹੈ। ਭਾਵ ਐਸਾ ਸਿਮਰਨ ਕਰਦਾ ਹੈ ਜੋ ਜਾਗਦੇ, ਤੁਰਦੇ, ਫਿਰਦੇ, ਸੌਂਦੇ ਹਮੇਸ਼ਾ ਨਿਰੰਤਰ ਜਾਰੀ ਰਹਿੰਦਾ ਹੈ। ਇਸ ਸਿਮਰਨ ਦੀ ਮਹਿਮਾ ਕਰਕੇ, ਸਿਮਰਨ ਦੇ ਪ੍ਰਭਾਵ ਕਰਕੇ ਉਹਨਾਂ ਦੇ ਮਨ ਕਦੇ ਗਾਫਲ, ਕਦੇ ਬੇਪਰਵਾਹ ਨਹੀਂ ਹੁੰਦੇ। ਉਹਨਾਂ ਦੇ ਮਨ ਨੂੰ ਕਦੇ ਵਿਕਾਰਾਂ ਦਾ ਚੋਰ ਨਹੀਂ ਪੈਂਦਾ। ਐਸਾ ਲਿਖਦੇ ਨੇ, ਸੰਤ ਕਿਰਪਾ ਤੇ ਅਨ ਦਿਨ ਜਾਗ। ਐਸੇ ਜੋ ਪ੍ਰਭੂ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਪੁਰਸ਼ ਨੇ, ਸਤਪੁਰਖ ਨੇ, ਉਹਨਾਂ ਦੀ ਕਿਰਪਾ ਨਾਲ ਹੇ ਭਾਈ ਦਿਨ ਰਾਤ ਜਾਗਦਾ ਰਹੋ, ਦਿਨ ਰਾਤ ਸਿਮਰਨ ਵਿੱਚ ਰਹੋ, ਕਦੇ ਵੀ ਸਿਮਰਨ ਤੋਂ ਗਾਫਲ ਨਾ ਹੋ ਜਾ। ਹੁਣ ਇੱਥੇ ਪ੍ਰਸ਼ਨ ਹੁੰਦਾ ਹੈ, ਅਸੀਂ ਜਾਗਦੇ ਵੀ ਸਿਮਰਨ ਚੇਤੇ ਨਹੀਂ ਰਹਿੰਦਾ, ਸੁੱਤੇ ਹੋਏ ਕਿਵੇਂ ਅਸੀਂ ਸਿਮਰਨ ਕਰ ਸਕਦੇ ਹਾਂ? ਇੱਥੇ ਸ਼ਬਦ ਚੇਤੇ ਆਉਂਦਾ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇਂ ਜੋ ਮਰੇ। ਵੀ ਜੋ ਪ੍ਰਭੂ ਦਾ ਨਾਮ ਜਪਦੇ ਆਪਣੇ ਅੰਤ ਕਾਲ ਵਿੱਚ, ਉਹ ਹਮੇਸ਼ਾ ਲਈ ਛੁਟਕਾਰਾ ਪ੍ਰਾਪਤ ਕਰ ਲੈਂਦੇ ਨੇ। ਹੁਣ ਇਹ ਜੋ ਅੰਤ ਸਮੇਂ ਨਾਮ ਚੇਤੇ ਰਹਿਣਾ, ਇਹ ਇੱਕ ਸਮੇਂ ਦਾ ਨਹੀਂ।
ਜੀਵਨ ਭਰ ਜੋ ਅਸੀਂ ਸਿਮਰਨ ਕੀਤਾ ਹੁੰਦਾ ਹੈ, ਜੇ ਅਸੀਂ ਇਸਤਰੀ ਦਾ ਸਿਮਰਨ ਜੀਵਨ ਭਰ ਕੀਤਾ ਹੁੰਦਾ ਹੈ, ਅੰਤਕਾਲ ਇਸਤਰੀ ਚੇਤੇ ਰਹਿੰਦੀ ਹੈ। ਜੇ ਅਸੀਂ ਔਲਾਦ ਦਾ ਸਿਮਰਨ ਸਾਰੀ ਉਮਰ ਕੀਤਾ ਹੁੰਦਾ ਹੈ, ਅੰਤਕਾਲ ਔਲਾਦ ਚੇਤੇ ਆਉਂਦੀ ਹੈ। ਜੇ ਅਸੀਂ ਪੈਸੇ ਦਾ ਸਿਮਰਨ ਸਾਰੀ ਉਮਰ ਕੀਤਾ ਹੁੰਦਾ ਹੈ ਤਾਂ ਪੈਸਾ ਚੇਤੇ ਰਹਿੰਦਾ ਹੈ। ਪਰੰਤੂ ਜੇਕਰ ਕਿਸੇ ਨੇ ਜੀਵਨ ਭਰ ਸਿਮਰਨ ਨੂੰ ਚੇਤੇ ਕੀਤਾ ਹੈ, ਪ੍ਰਭੂ ਦੇ ਨਾਮ ਸੁੰਦਰ ਨਾਮ ਨੂੰ ਚੇਤੇ ਕੀਤਾ ਹੈ, ਤਾਂ ਉਸ ਦਾ ਅੰਤ ਸਮਾਂ ਵੀ ਐਸਾ ਸ਼ੁਭ ਨਾਮ ਜਪਣ ਵਾਲਾ ਹੁੰਦਾ ਹੈ। ਸੰਤ ਕਿਰਪਾ ਤੇ ਅਨਦਿਨ ਜਾਗ, ਫਿਰ ਉਹ ਦਿਨ ਰਾਤ ਬਿਨਾਂ ਗਾਫਲ ਹੋਏ ਨਾਮ ਵਿੱਚ ਜਾਗਦੇ ਹਨ। ਨਾਨਕ ਸਿਮਰਨ ਪੂਰੇ ਭਾਗ, ਇੱਥੇ ਲਿਖਿਆ ਪੂਰੇ ਭਾਗ, ਬੜੇ ਪੂਰੇ ਭਾਗਾਂ ਨਾਲ ਐਸਾ ਸਿਮਰਨ ਮਿਲਦਾ ਹੈ, ਜੈਸਾ ਸਿਮਰਨ ਜਿਸ ਦੇ ਗੁਣ ਅਸੀਂ ਉੱਪਰਲੀਆਂ ਸਾਰਿਆਂ ਪਦਿਆਂ ਵਿੱਚ ਦੁਹਰਾ ਆਏ ਹਾਂ। ਐਸਾ ਸ੍ਰੇਸ਼ਟ ਸਿਮਰਨ, ਐਸਾ ਪ੍ਰਵਾਨ ਸਿਮਰਨ ਬੜੇ ਉੱਚੇ ਭਾਗਾਂ ਨਾਲ, ਪੂਰੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਹੁਣ ਇਹ 7ਵਾਂ ਪਦਾ ਪਹਿਲੀ ਅਸਪਦੀ ਸੁਖਮਨੀ ਸਾਹਿਬ ਜੀ ਦਾ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੈ। ਇੱਥੇ ਕੈ ਤੇ 2 ਮਾਤਰਾ ਨੇ, ਕੈ ਪੜਾਂਗੇ, ਪੂਰੇ ਔਰ ਝੂਰੇ ਇੱਕ ਇੱਕ ਮਾਤਰਾ ਹੈ। ਇਸ ਕਰਕੇ ਅਸੀਂ ਉਹਨਾਂ ਦਾ ਉਚਾਰਨ ਮਾਤਰਾ ਦੇਖ ਕੇ ਕਰਾਂ। ਜਦੋਂ ਵੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰੀਏ, ਆਪਣੀ ਉਂਗਲ ਨੂੰ ਅੱਖਰਾਂ ਤੇ ਗੁਟਕਾ ਸਾਹਿਬ ਤੇ ਚਲਾਈਏ, ਪੋਥੀ ਸਾਹਿਬ ਤੇ ਚਲਾਈਏ। ਜਦੋਂ ਅਸੀਂ ਅੱਖਰਾਂ ਨੂੰ ਛੂਹਦੇ ਹਾਂ, ਸਾਨੂੰ ਮਾਤਰਾ ਪ੍ਰਤੀਤ ਹੁੰਦੀਆਂ, ਅਸੀਂ ਮਾਤਰਾ ਨੂੰ ਫਿਰ ਗਲਤ ਨਹੀਂ ਪੜ੍ਹ ਸਕਦੇ। ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ, ਜੇ ਆਪ ਜੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਕਿਸੇ ਚੰਗੇ ਗੁਰਸਿੱਖ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਸੰਥਿਆ ਪ੍ਰਾਪਤ ਕਰੋ, ਉਹਨਾਂ ਕੋਲੋਂ ਬਾਣੀ ਸੁਣੋ। ਉਹਨਾਂ ਦੇ ਉਚਾਰਨ ਵਿੱਚ ਔਰ ਤੁਹਾਡੇ ਉਚਾਰਨ ਵਿੱਚ ਕੀ ਫਰਕ ਪੈਂਦਾ ਹੈ, ਤੁਸੀਂ ਉਸ ਨੂੰ ਪਲ ਪਲ ਸਾਵਧਾਨ ਹੋ ਕੇ ਨੋਟ ਕਰੋ, ਉਸ ਨੂੰ ਤੁਸੀਂ ਮਹਿਸੂਸ ਕਰੋ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭੂ ਦੇ ਸਿਮਰਨ ਕਰਨ ਨਾਲ ਸਿਮਰਨ ਕਰਨ ਵਾਲੇ ਦੇ ਸਾਰੇ ਕਾਰਜ ਸਿਰੇ ਚੜ ਜਾਂਦੇ ਨੇ। ਕਿਉਂਕਿ ਫਿਰ ਸ਼ੁਭ ਕਾਰਜ ਕਰਦਾ ਹੈ, ਫਿਰ ਉਹ ਸਿਰਫ ਸਿਮਰਨ ਦਾ ਹੀ ਕਾਰਜ ਕਰਦਾ ਹੈ। ਉਸ ਨੂੰ ਸਿਰਫ ਇੱਕ ਪਿਆਸ ਰਹਿ ਜਾਂਦੀ ਹੈ, ਹੇ ਪ੍ਰਭੂ ਮੈਂ ਆਪ ਜੀ ਦੇ ਨੇੜੇ ਹੋ ਜਾਵਾਂ, ਆਪ ਜੀ ਨੂੰ ਪ੍ਰਾਪਤ ਕਰ ਲਵਾਂ। ਸਿਰਫ ਇੱਕ ਕਾਰਜ ਰਹਿ ਜਾਂਦਾ ਹੈ, ਹੇ ਪ੍ਰਭੂ ਮੈਂ ਆਪ ਦਾ ਨਾਮ ਜਪਾਂ। ਸੋ ਐਸੇ ਸਿਮਰਨ ਕਰਨ ਵਾਲੇ ਦੇ ਇਹ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਨੇ, ਸਿਰੇ ਚੜ ਜਾਂਦੇ ਨੇ। ਪ੍ਰਭ ਕੈ ਸਿਮਰਨ ਕਬਹੁ ਨਾ ਝੂਰੈ। ਦੁਨੀਆ ਦੀਆਂ ਵਸਤਾਂ ਪ੍ਰਾਪਤ ਨਹੀਂ ਹੁੰਦੀਆਂ, ਦੁਨੀਆਦਾਰ ਚੀਜ਼ਾਂ ਨੂੰ ਫਿਰ ਉਹ ਝੂਰਦਾ ਹੈ। ਉਸ ਨੂੰ ਸ਼ੋਹਰਤ ਪ੍ਰਾਪਤ ਨਹੀਂ ਹੁੰਦੀ, ਫਿਰ ਝੂਰਦਾ ਹੈ। ਧਨ ਦੌਲਤ ਨਹੀਂ ਮਿਲਦੇ, ਫਿਰ ਝੂਰਦਾ ਹੈ। ਧਨ ਦੌਲਤ ਮਿਲਦੇ ਨੇ ਪਰ ਦੂਜਿਆਂ ਤੋਂ ਘੱਟ ਮਿਲਦੇ ਨੇ, ਫਿਰ ਝੂਰਦਾ ਹੈ। ਪਰੰਤੂ ਜਦੋਂ ਨਾਮ ਹਿਰਦੇ ਵਿੱਚ ਵਸਦਾ ਹੈ, ਉਸ ਦੇ ਇਹਨਾਂ ਸੰਸਾਰਕ ਪ੍ਰਾਪਤੀਆਂ ਤੋਂ ਝੂਰਨ ਵਾਲੀ ਆਦਤ ਛੁੱਟ ਜਾਂਦੀ ਹੈ। ਇਸ ਕਰਕੇ ਜੋ ਵੀ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਕਦੇ ਫਿਰ ਝੂਰਦੇ ਨਹੀਂ ਆਪਣੀਆਂ ਕਮੀਆਂ ਤੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਇੱਥੇ ਬਾਣੀ ਨਹੀਂ, ਇੱਥੇ ਬਾਨੀ ਹੈ। ਪ੍ਰਭੂ ਦੇ ਸਿਮਰਨ ਕਰਕੇ ਜੋ ਸਿਮਰਨ ਕਰਨ ਵਾਲੇ ਦੀ ਜੋ ਬਾਣੀ ਹੈ ਉਹ ਵੀ ਹਰੀ ਗੁਣਾ ਵਾਲੀ ਹੋ ਜਾਂਦੀ ਹੈ। ਭਾਵ ਪ੍ਰਭੂ ਦੇ ਗੁਣ ਗਾਉਣ ਵਾਲੀ ਬਿਰਤੀ ਹੋ ਜਾਂਦੀ ਹੈ। ਉਹਨੇ ਜੋ ਭਾਖਾ ਹੈ, ਜੋ ਭਾਸ਼ਾ ਹੈ, ਭਾਖਿਆ ਭਾਉ ਅਪਾਰ, ਜਿਵੇਂ ਪਰਮੇਸ਼ਰ ਦੀ ਭਾਸ਼ਾ ਅਤਿਅੰਤ ਪ੍ਰੇਮ ਕਰਨ ਵਾਲੀ ਹੈ, ਪ੍ਰਭੂ ਦੇ ਪਿਆਰਿਆਂ ਦੀ ਭਾਸ਼ਾ ਵੀ ਅਤਿਅੰਤ ਪ੍ਰੇਮ ਕਰਨ ਵਾਲੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਇੱਥੇ ਗੁਣ ਹੈ ਔਰ ਬਾਨੀ ਹੈ। ਪ੍ਰਭੂ ਦਾ ਸਿਮਰਨ ਕਰਨ ਕਰਕੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਦੀ ਬਾਣੀ ਹਰੀ ਦੇ ਗੁਣਾਂ ਵਾਲੀ ਮਿੱਠੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭੂ ਦਾ ਸਿਮਰਨ ਕਰਨੇ ਕਰਕੇ ਨਾਮ ਜਪਣ ਵਾਲਾ ਸਹਿਜ ਵਿੱਚ ਸਮਾ ਜਾਂਦਾ ਹੈ। ਭਾਵ ਅਨਹਦ ਪ੍ਰਾਪਤੀ ਦਾ ਤਰੀਕਾ ਹਰੀ ਨਾਮ ਦਾ ਸਿਮਰਨ ਹੀ ਹੈ। ਹਰੀ ਨਾਮ ਨੂੰ ਛੱਡ ਕੇ ਕਿਸੇ ਪ੍ਰਕਾਰ ਦੇ ਤੀਰਥ ਕਰਨੇ, ਇਸ਼ਨਾਨ ਕਰਨੇ, ਦਾਨ ਪੁੰਨ ਕਰਨੇ, ਵਿਦਿਆ ਪ੍ਰਾਪਤ ਕਰਨੀ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਰੱਦ ਕਰ ਆਏ ਨੇ। ਔਰ ਜੋ ਪ੍ਰਭੂ ਦਾ ਸਿਮਰਨ ਕਰਨ ਵਾਲਾ ਹੈ ਉਸ ਦੀ ਜੋ ਬਿਰਤੀ ਹੈ ਇਸ ਪ੍ਰਕਾਰ ਸਹਿਜ ਦੀ ਹੋ ਜਾਂਦੀ ਹੈ, ਹਰੀ ਦੇ ਗੁਣ ਗਾਉਣ ਵਾਲੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ
नेह चले आसन, फिर वो भजदा नहीं, फिर उसका मन नहीं भजदा। उसका जो टिकाणा है, जो उसके मन का टिकाणा है, वो नेह चल यानी चलाए मान तो ਰਹਿਤ ਹੋ ਜਾਂਦਾ ਹੈ, ਸਥਿਰ ਹੋ ਜਾਂਦਾ ਹੈ, ਅਟਲ ਹੋ ਜਾਂਦਾ ਹੈ। ਫਿਰ ਉਹ ਡੋਲਦਾ ਨਹੀਂ, ਅਡੋਲ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਨਹਿ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਜਿਸ ਤਰ੍ਹਾਂ ਕਮਲ ਵਿਗਸਦਾ ਹੈ, ਕਮਲ ਵਿੱਚ ਖੇੜਾ ਆ ਜਾਂਦਾ ਹੈ, ਇਸ ਤਰ੍ਹਾਂ ਜੋ ਸਿਮਰਨ ਕਰਨ ਵਾਲੇ ਦਾ ਮਨ ਹੈ ਉਹ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ, ਆਭਾਵਾਨ ਹੋ ਜਾਂਦਾ ਹੈ। ਹਮੇਸ਼ਾ ਖੇੜੇ ਦੀ ਅਵਸਥਾ ਤੋਂ ਭਾਵ ਹੈ ਜਦੋਂ ਸੰਸਾਰ ਵਿੱਚ ਰਹਿੰਦਾ ਹੈ ਉਸ ਦਾ ਜੋ ਮਨ ਕਮਲ ਹੈ ਉਲਟਾ ਰਹਿੰਦਾ ਹੈ, ਪਰੰਤੂ ਜਦੋਂ ਸਿਮਰਨ ਕਰ ਕਰਕੇ ਉਹ ਜੋ ਕਮਲ ਹੈ ਉਸਦੇ ਹਿਰਦੇ ਦਾ ਉਹ ਸਿੱਧਾ ਹੋ ਕੇ ਉਸ ਵਿੱਚ ਫਿਰ ਅੰਮ੍ਰਿਤ ਦੀਆਂ ਬੂੰਦਾਂ ਪੈਂਦੀਆਂ ਨੇ, ਉਹ ਆਨੰਦ ਵਿੱਚ, ਉਹ ਖੇੜੇ ਵਿੱਚ ਰਹਿੰਦਾ ਹੈ। ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਜਦੋਂ ਕਮਲ ਹਿਰਦੇ ਦਾ ਉਲਟਾ ਹੁੰਦਾ ਹੈ, ਨਿਰਾਸ਼ਾ ਹੁੰਦੀ ਹੈ, ਜੋ ਤੇ ਅੰਮ੍ਰਿਤ ਦੀ ਬਾਣੀ ਦੀ ਫੁਹਾਰ ਪੈਂਦੀ ਹੈ ਉਹ ਸਾਰੀ ਢਲਕ ਜਾਂਦੀ ਹੈ। ਪਰੰਤੂ ਨਾਮ ਜਪ ਕੇ ਜਦੋਂ ਉਹ ਕਮਲ ਫੁੱਲ ਸਿੱਧਾ ਹੋ ਜਾਂਦਾ ਹੈ, ਇੱਕ ਤਾਂ ਉਹਦੇ ਅੰਦਰ ਰਸ ਹੈ, ਉਹ ਅੰਦਰ ਦਾ ਰਸ ਟਿਕਿਆ ਰਹਿੰਦਾ ਹੈ। ਜੇ ਮੁੱਦਾ ਹੋਏਗਾ ਅੰਦਰ ਦਾ ਰਸ ਵੀ ਚਲਾ ਜਾਏਗਾ, ਉੱਪਰੋਂ ਨਾਮ ਬਾਣੀ ਦਾ ਪ੍ਰਭਾਵ ਵੀ ਨਹੀਂ ਪਏਗਾ। ਜਦੋਂ ਕਮਲ ਸਿੱਧਾ ਹੋ ਜਾਏਗਾ ਅੰਦਰ ਦਾ ਰਸ ਹੀ ਪ੍ਰਫੁੱਲਿਤ ਹੋਏਗਾ ਔਰ ਬਾਹਰੋਂ ਆ ਕੇ ਵੀ ਗੁਰਬਾਣੀ ਦੇ ਅੰਮ੍ਰਿਤ ਦੀਆਂ ਫੁਹਾਰਾਂ ਪੈਣਗੀਆਂ। ਇਸ ਤੋਂ ਭਾਵ ਹੈ ਕਮਲ ਵਿਗਾਸਨ, ਉਸਦੇ ਹਿਰਦੇ ਦਾ ਕਮਲ ਵਿਗਸਦਾ ਹੈ, ਖੇੜ ਵਿੱਚ ਆ ਜਾਂਦਾ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਇੱਥੇ ਲਿਖਿਆ ਹੈ ਵੀ ਅਨਹਦ ਪ੍ਰਾਪਤੀ ਦਾ ਜੋ ਤਰੀਕਾ ਹੈ ਉਹ ਹਰੀ ਨਾਮ ਹੈ। ਇੱਥੇ ਅਨਹਦ ਸ਼ਬਦ ਗੁਰਮੁਖ ਪਿਆਰਿਆਂ ਲਈ ਹੈ। ਜਦੋਂ ਉਹ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਇੱਕ ਸ਼ਬਦ ਵੱਜਦੇ ਨੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੇ। ਜਿਸ ਤੇ ਪ੍ਰਭੂ ਆਪਣੀ ਕਲਾ ਵਰਤਾਉਂਦੇ ਨੇ, ਨਾਮਦਾਨ ਬਖਸ਼ਦੇ ਨੇ, ਨਾਮ ਦਾ ਅਟੁੱਟ ਸਿਮਰਨ ਬਖਸ਼ਦੇ ਨੇ, ਪ੍ਰੇਮ ਬਖਸ਼ਦੇ ਨੇ, ਵਿਕਾਰਾਂ ਤੋਂ ਛੁਡਾ ਦਿੰਦੇ ਨੇ। ਉਸ ਦੇ ਹਿਰਦੇ ਵਿੱਚ ਫਿਰ ਅਨਹਦ ਮਿੱਠੇ ਸ਼ਬਦ, ਕੀਰਤਨ ਭਰੇ ਸ਼ਬਦ, ਪ੍ਰਭੂ ਦੀ ਬਾਣੀ ਦੇ ਸ਼ਬਦ ਚਲਦੇ ਨੇ, ਉਸ ਨੂੰ ਸੁਣਦੇ ਨੇ ਔਰ ਆਨੰਦ ਵਿੱਚ ਡੁੱਬਿਆ ਰਹਿੰਦਾ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਉਹਦੇ ਅੰਦਰ ਰੁਣ ਚੁਨਕਾਰ ਚਲਦੀ ਰਹਿੰਦੀ ਹੈ ਨਾਮ ਸਿਮਰਨ ਦੀ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਇਸ ਤਰ੍ਹਾਂ ਜਿਤਨਾ ਵੀ ਇੱਥੇ ਸਾਰਾ ਬਿਰਤਾਂਤ ਹੈ, ਸਾਰੀ ਚਰਚਾ ਚੱਲੀ ਹੈ ਪ੍ਰਭੂ ਦੇ ਸਿਮਰਨ ਦੀ ਹੈ। ਐਸੇ ਪ੍ਰਭੂ ਦੇ ਸਿਮਰਨ ਦੇ ਸੁਖ ਦਾ ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ, ਕੋਈ ਲਿਮਿਟ ਨਹੀਂ। ਇਤਨਾ ਵਿਸ਼ਾਲ, ਇਤਨਾ ਆਨੰਦਦਾਇਕ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਉਹਨਾਂ ਦੇ ਹਿਰਦੇ 'ਚ ਅਨਹਦ ਚੁਨਕਾਰ ਹੁੰਦੀ ਹੈ। ਤੇ ਐਸੇ ਪ੍ਰਭੂ ਦੇ ਸਿਮਰਨ ਦੇ ਸੁਖ ਦਾ, ਆਨੰਦ ਦਾ ਕੋਈ ਪਾਰਾਵਾਰ ਨਹੀਂ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ। ਇੱਥੇ ਇਸ ਨੂੰ ਮਾਇਆ ਨਹੀਂ ਪੜਨਾ, ਮਾਇਆ ਨਹੀਂ ਧਨ ਪਦਾਰਥ, ਔਰ ਮਾਇਆ ਤੋਂ ਭਾਵੈ ਕਿਰਪਾ, ਮਾਇਆ ਤੋਂ ਭਾਵੈ ਕਿਰਪਾ ਵਾਲੀ ਦ੍ਰਿਸ਼ਟੀ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ। ਐਸਾ ਸਿਮਰਨ ਉਹ ਪੁਰਖ ਕਰਦੇ ਨੇ ਜਿਨ੍ਹਾਂ ਉੱਤੇ ਆਪ ਪ੍ਰਭੂ ਦੀ ਮਾਇਆ, ਪ੍ਰਭੂ ਆਪ ਤੁਠਾ ਹੈ, ਪ੍ਰਭੂ ਨੇ ਆਪ ਕਿਰਪਾ ਕੀਤੀ ਹੈ। ਨਾਨਕ ਤਿਨ ਜਨ ਸਰਨੀ ਪਿਆ। ਗੁਰੂ ਅਰਜਨ ਦੇਵ ਜੀ ਕਿਤਨੀ ਉੱਚੀ ਅਵਸਥਾ ਦੇ ਮਾਲਕ ਨੇ, ਪਰੰਤੂ ਫਿਰ ਵੀ ਇਹ ਦਾਨ ਮੰਗਦੇ ਨੇ ਕਿ ਮੈਨੂੰ ਐਸਾ ਸਿਮਰਨ ਕਰਨ ਵਾਲਿਆਂ ਦੀ ਚਰਨ ਧੂੜੀ ਬਖਸ਼ੋ। ਮੈਂ ਐਸੇ ਸਿਮਰਨ ਕਰਨ ਵਾਲਿਆਂ ਦੀ ਸਰਨ ਵਿੱਚ ਆਉਂਦਾ ਹਾਂ, ਸ਼ਰਨ ਵਿੱਚ ਪੈਂਦਾ ਹਾਂ, ਮੈਂ ਉਹਨਾਂ ਦੇ ਅਧੀਨ ਹੋ ਜਾਣਾ ਚਾਹੁੰਦਾ ਹਾਂ। ਨਾਨਕ ਤਿੰਨ ਜਨ ਸਰਨੀ ਪਿਆ। ਇੱਥੇ ਪਿਆ ਨਹੀਂ ਹੈ, ਪੱਪੇ ਨੂੰ ਸਿਆਰੀ, ਐੜੇ ਨੂੰ ਕੰਨਾ ਨਹੀਂ ਹੈ, ਪੱਪਾ ਈੜੀ ਨੂੰ ਸਿਆਰੀ, ਐੜੇ ਨੂੰ ਕੰਨਾ, ਪਿਆ, ਤਿੰਨ ਸਾਊਂਡ ਆਣਗੇ ਇੱਥੇ। ਇਸ ਅਸਪਦੀ ਦਾ ਅੰਤਿਮ ਪਦਾ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰੀ ਦਾ ਸਿਮਰਨ ਕਰਨ ਕਰਕੇ ਇਹ ਜੋ ਸਿਮਰਨ ਕਰਨ ਵਾਲੇ ਸਤਿਗੁਰੂ ਪਿਆਰੇ ਨੇ, ਸਤਿਪੁਰਖ ਨੇ, ਸੱਜਣ ਨੇ, ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ। ਯਾਨੀ ਜੋ ਲੋਕ ਨੇ ਫਿਰ ਉਹ ਭਗਤ ਕਰਕੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦੇ ਨੇ। ਭਾਵੇਂ ਉਹ ਲੁਕ ਕੇ ਸਿਮਰਨ ਕਰਦੇ ਨੇ, ਲੁਕ ਕੇ ਪਰਉਪਕਾਰ ਕਰਦੇ ਨੇ, ਲੁਕ ਕੇ ਆਨੰਦ ਲੈਂਦੇ ਨੇ ਪ੍ਰਭੂ ਦੇ ਨਾਮ ਸਿਮਰਨ ਦਾ, ਪਰੰਤੂ ਇਹ ਜੋ ਪ੍ਰਭੂ ਦਾ ਨਾਮ ਸਿਮਰਨ ਹੈ
ਆਪਣੇ ਪਿਆਰਿਆਂ ਨੂੰ ਸੰਸਾਰ ਵਿੱਚ ਉਜਾਗਰ ਕਰਕੇ ਨਾਮ ਕਰਕੇ ਆਦਰ ਕਰਾ ਦਿੰਦਾ ਹੈ, ਸ੍ਰੇਸ਼ਟ ਬਣਾ ਦਿੰਦਾ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਇਸ ਹਰੀ ਦੇ ਸਿਮਰਨ ਵਿੱਚ ਲੱਗ ਕੇ ਹੀ ਰਿਸ਼ੀਆਂ ਮੁਨੀਆਂ ਨੇ, ਮਹਾਤਮਾਵਾਂ ਨੇ ਵੇਦ ਰਚੇ, ਉਸ ਪ੍ਰਭੂ ਦਾ ਗਿਆਨ ਪ੍ਰਗਟ ਕੀਤਾ। ਹਰ ਸਿਮਰਨ ਪਏ ਸਿਧ ਜਤੀ ਦਾਤੇ। ਜਿਵੇਂ ਜਪਜੀ ਸਾਹਿਬ ਵਿੱਚ ਜੋ ਸੁਣੀਏ ਦੀਆਂ ਪੌੜੀਆਂ ਨੇ ਵੀ ਨਾਮ ਨੂੰ ਸੁਣਨ ਕਰ ਕਰਕੇ, ਨਾਮ ਨੂੰ ਮੰਨਣ ਕਰ ਕਰਕੇ ਜੋ ਮਾਨਸ ਤੇ ਦੇਵਤੇ ਹੋ ਜਾਂਦੇ ਨੇ, ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ। ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਇਤਨੀ ਉੱਚੀ ਅਵਸਥਾ ਨਾਮ ਨੂੰ ਸੁਣਨੇ ਕਰਕੇ ਹੋ ਜਾਂਦੀ ਹੈ। ਐਸੇ ਸਿਮਰਨ ਦੀ ਗੱਲ ਕਰਦੇ ਨੇ। ਹਰ ਸਿਮਰਨ ਭਏ ਸਿਧ ਜਤੀ ਦਾਤੇ। ਸਿਮਰਨ ਕਰਨੇ ਵਾਲੇ ਸਿਮਰਨ ਕਰ ਕਰਕੇ ਸਿੱਧਾਂ ਦੀ, ਜਤਿਆਂ ਦੀ ਔਰ ਵੱਡੇ ਵੱਡੇ ਦਾਤਿਆਂ ਦੀ ਅਵਸਥਾ ਤੱਕ ਪਹੁੰਚ ਜਾਂਦੇ ਹਨ। ਹਰ ਸਿਮਰਨ ਨੀਚ ਚੌਕੁੰਟ ਜਾਤੇ। ਔਰ ਹਰੀ ਸਿਮਰਨ ਕਰਨ ਵਾਲੇ ਭਾਵੇਂ ਕਿਸੇ ਕੁਲ ਦੇ ਹੋਣ, ਨੀਵੇਂ ਤੋਂ ਨੀਵੇਂ ਕੁਲ ਦੇ ਹੋਣ, ਚੌਕੁੰਟ ਜਾਤੇ, ਚਾਰੋਂ ਦਿਸ਼ਾਵਾਂ ਵਿੱਚ ਪਰਮੇਸ਼ਰ ਆਪਣੇ ਨਾਮ ਕਰਕੇ ਆਪਣੇ ਸੁੰਦਰ ਪਿਆਰਿਆਂ ਨੂੰ ਬੜੇ ਆਦਰ ਸਹਿਤ ਪ੍ਰਗਟ ਕਰ ਦਿੰਦਾ ਹੈ। ਜਿਵੇਂ ਭਗਤ ਰਵਿਦਾਸ ਜੀ ਗੁਰਬਾਣੀ ਵਿੱਚ ਇੱਕ ਥਾਂ ਲਿਖਦੇ ਨੇ, ਜਿਵੇਂ ਕਿ ਅੰਗ ਨੰਬਰ 1293 ਤੇ 1293 ਪੇਜ ਤੇ ਅੰਗ ਤੇ ਭਗਤ ਰਵਿਦਾਸ ਜੀ ਲਿਖਦੇ ਨੇ ਆਪਣੀ ਜਾਤ ਬਾਰੇ ਵੀ ਮੇਰੀ ਜਾਤ ਤਾਂ ਬਹੁਤ ਨੀਵੀਂ ਹੈ, ਪਰੰਤੂ ਨਾਮ ਜਪਣ ਕਰਕੇ ਮੈਨੂੰ ਤੇਰੇ ਨਾਮ ਕਰਕੇ ਆਦਰ ਮਿਲਦਾ ਹੈ। ਮੇਰੀ ਜਾਤ ਕੁਟ ਬਾਢਲਾ ਢੋਰ ਢਵੰਤਾ ਨਿਤ ਹੈ ਬਾਨਾਰਸੀ ਆਸ ਪਾਸਾ। ਜੋ ਮੇਰੀ ਜਾਤ ਦੇ ਲੋਕ ਨੇ ਉਹ ਬਨਾਰਸ ਦੇ ਆਸ-ਪਾਸ ਤੋਂ ਮਰੇ ਜਾਨਵਰ ਢੋਂਦੇ ਨੇ, ਚੁੱਕ ਕੇ ਲਿਆਂਦੇ ਨੇ, ਚਮੜੇ ਦਾ ਕੰਮ ਕਰਦੇ ਨੇ। ਐਸੇ ਕਾਰਜ ਕਰਕੇ ਉਹ ਨੀਵੇਂ ਗਿਣੇ ਜਾਂਦੇ ਨੇ। ਉਹਨਾਂ ਦੇ ਨੇੜੇ ਜੋ ਵਿਪਰ ਨੇ, ਜੋ ਪੰਡਿਤ ਨੇ, ਬ੍ਰਾਹਮਣ ਨੇ ਲੱਗਦੇ ਨਹੀਂ। ਪਰੰਤੂ ਜਦੋਂ ਨਾਮ ਜਪ ਕੇ ਭਗਤ ਰਵਿਦਾਸ ਜੀ ਦੀ ਅਵਸਥਾ ਬੜੀ ਉੱਚੀ ਹੋ ਗਈ, ਨਾਮ ਨੇ ਉਹਨਾਂ ਨੂੰ ਪ੍ਰਸਿੱਧ ਕਰ ਦਿੱਤਾ, ਤਾਂ ਫਿਰ ਕੀ ਹਾਲਤ ਹੈ ਹੁਣ ਉਹਨਾਂ ਦੀ। ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਹੁਣ ਜੋ ਵੱਡੇ ਵੱਡੇ ਪੰਡਿਤ ਨੇ, ਬ੍ਰਾਹਮਣ ਨੇ, ਉਸ ਨਾਮ ਦੀ ਮਹਿਮਾ ਕਰਕੇ ਲੇਟ ਕੇ ਪ੍ਰਣਾਮ ਡੰਡੌਤ ਕਰਦੇ ਨੇ। ਇਹ ਪ੍ਰਭੂ ਤੇਰੇ ਨਾਮ ਕਰਕੇ ਹੈ ਕਿ ਨੀਵੀਂ ਜਾਤ ਦੇ ਰਵਿਦਾਸ ਨੂੰ ਹੁਣ ਤੇਰੇ ਨਾਮ ਕਰਕੇ ਆਦਰ ਮਿਲਦਾ ਹੈ, ਉਹਨਾਂ ਲੋਕਾਂ ਦਾ ਜੋ ਸਮਾਜ ਕਰਕੇ ਸ੍ਰੇਸ਼ਟ ਬ੍ਰਾਹਮਣ ਮੰਨੇ ਜਾਂਦੇ ਹਨ। ਹਰ ਸਿਮਰਨ ਨੀਚ ਚੌਕੁੰਟ ਜਾਤੇ। ਜੋ ਲੋਕਾਂ ਦੇ ਭਾਣੇ ਨੀਚ ਨੇ, ਪਰੰਤੂ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ, ਸੰਸਾਰ ਵਿੱਚ ਬਹੁਤ ਪ੍ਰਸਿੱਧ ਹੋ ਗਏ ਨੇ, ਮਾਣਯੋਗ ਹੋ ਗਏ ਨੇ। ਹਰ ਸਿਮਰਨ ਧਾਰੀ ਸਭ ਧਰਨਾ। ਇਹ ਜੋ ਰਚਨਾ ਰਚੀ ਹੈ ਧਰਤੀ ਦੀ, ਇਹ ਰਚੀ ਹੀ ਹਰ ਸਿਮਰਨ ਕਰਕੇ ਹੈ, ਕਿਉਂਕਿ ਇਸ ਧਰਤੀ ਨੂੰ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ। ਐਸੀ ਧਰਮਸ਼ਾਲਾ ਹੈ, ਐਸੀ ਧਰਮ ਦੀ ਥਾਂ ਹੈ ਧਰਤੀ, ਪਰਮੇਸ਼ਰ ਨੇ ਆਪ ਰਚੀ ਹੈ ਔਰ ਧਰਮ ਕਮਾਉਣ ਲਈ ਔਰ ਨਾਮ ਜਪਣ ਲਈ ਰਚੀ ਹੈ। ਹਰ ਸਿਮਰਨ ਧਾਰੀ ਸਭ ਧਰਨਾ। ਇਹ ਧਰਤੀ ਹਰੀ ਦੇ ਸਿਮਰਨ ਕਰਕੇ ਹੀ ਰਚੀ ਗਈ ਹੈ, ਅਥਵਾ ਹਰੀ ਦੇ ਸਿਮਰਨ ਕਰਕੇ ਸਾਰੀ ਧਰਤੀ ਕਾਇਮ ਹੈ। ਯਾਨੀ ਸਿਮਰਨ ਹੀ ਇਸ ਧਰਤੀ ਦਾ ਆਸਰਾ ਹੈ। ਇਹ ਜੋ ਜਲ ਤੇ ਸਾਰੀ ਧਰਤੀ ਖੜੀ ਹੈ, ਇਹ ਪ੍ਰਭੂ ਦੇ ਸਿਮਰਨ ਕਰਕੇ ਹੀ ਖੜੀ ਹੈ। ਸਿਮਰ ਸਿਮਰ ਹਰ ਕਾਰਨ ਕਰਨਾ। ਤੂੰ ਸਿਮਰ, ਉਸ ਨੂੰ ਸਿਮਰ, ਉਸ ਪਰਮੇਸ਼ਰ ਨੂੰ ਸਿਮਰ ਜੋ ਸਾਰੇ ਕਾਰਨਾਂ ਦਾ ਕਰਤਾ ਹੈ, ਸਭ ਕਾਰਨਾਂ ਦਾ ਕਰਨ ਵਾਲਾ ਹੈ। ਹਰ ਸਿਮਰਨ ਕੀਓ ਸਗਲ ਆਕਾਰਾ। ਹਰੀ ਦੇ ਸਿਮਰਨ ਵਾਸਤੇ ਸਾਰਾ ਬ੍ਰਹਮੰਡ, ਸਾਰਾ ਆਕਾਰ ਰਚਿਆ ਗਿਆ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਔਰ ਹਰੀ ਦੇ ਸਿਮਰਨ ਵਿੱਚ ਆਪ ਨਿਰੰਕਾਰ ਮੌਜੂਦ ਰਹਿੰਦਾ ਹੈ। ਭਾਵ ਸਿਮਰਨ ਕੋਈ ਅੱਖਰ ਮਾਤਰ ਨਹੀਂ, ਕੋਈ ਵਾਹਿਗੁਰੂ 4 ਅੱਖਰ ਨਹੀਂ। ਇਹ ਜੋ ਸਿਮਰਨ ਹੈ ਇਹ ਸਾਧਨ ਨਹੀਂ, ਸਗੋਂ ਪਰਮੇਸ਼ਰ ਆਪ ਹੈ। ਇਹ ਜੋ ਵਾਹਿਗੁਰੂ, ਇਹ ਜੋ 4 ਅੱਖਰ ਨੇ, ਇਹ ਕੋਈ ਅੱਖਰ ਨਹੀਂ, ਇਹ ਤਾਂ ਪ੍ਰਭੂ ਆਪ ਹੈ। ਇਸ ਕਰਕੇ ਜਦੋਂ ਪ੍ਰਭੂ ਪਿਆਰੇ
ਆਨੰਦ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ। ਇਸ ਵਾਹਿਗੁਰੂ ਸ਼ਬਦ ਨੂੰ ਉਹ ਸਾਖਸ਼ਾਤ ਹਾਜ਼ਰ ਨਾਜ਼ਰ ਵਾਹਿਗੁਰੂ ਜਾਣ ਕੇ ਸਿਮਰਨ ਕਰਦੇ ਨੇ। ਬਾਕੀ ਅੱਖਰ ਤਾਂ ਨਿਰਜੀਵ ਨੇ, ਪਰੰਤੂ ਜਦੋਂ ਹਜ਼ੂਰੀ ਦੀ ਪ੍ਰਤੀਤੀ ਦੀ ਭਾਵਨਾ ਕਰਕੇ ਨਾਮ ਜਪਿਆ ਜਾਂਦਾ ਹੈ ਤਾਂ ਜੋ ਇਹੀ ਨਾਮ ਹੈ, ਇਹ ਫਿਰ ਸਾਕਾਰ, ਇਹ ਲਿਵਿੰਗ ਯਾਨੀ ਸਜੀਵ ਬਣ ਜਾਂਦਾ ਹੈ ਔਰ ਸੰਸਾਰ ਦਾ ਭਲਾ ਕਰਨ ਵਾਲਾ ਬਣ ਜਾਂਦਾ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ। ਔਰ ਇਹ ਜਿਤਨੀ ਵੀ ਚਰਚਾ ਅਸੀਂ ਪਹਿਲੀ ਅਸ਼ਟਪਦੀ ਵਿੱਚ ਕੀਤੀ ਹੈ, ਇਹ ਜਿਤਨਾ ਵੀ ਗਿਆਨ ਹੈ ਸ੍ਰੇਸ਼ਟ ਗਿਆਨ ਹੈ, ਪ੍ਰਵਾਨਿਤ ਗਿਆਨ ਹੈ, ਪ੍ਰਭੂ ਨੂੰ ਪਿਆਰਾ ਗਿਆਨ ਹੈ। ਇਹ ਉਸ ਨੂੰ ਨਾਜ਼ਰ ਹੁੰਦਾ ਹੈ, ਉਸ ਤੇ ਪੈਂਦਾ ਹੈ ਜਾਂ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਕਿਰਪਾ ਕਰਕੇ ਆਪ ਬੁਝਾ ਦਿੰਦਾ ਹੈ, ਆਪ ਜਣਾ ਦਿੰਦਾ ਹੈ, ਆਪ ਗਿਆਤ ਕਰਾ ਦਿੰਦਾ ਹੈ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਜਿਸ ਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਆਪਣਾ ਨਾਮ ਜਣਾ ਦਿੰਦਾ ਹੈ, ਫਿਰ ਉਹ ਗੁਰਮੁਖ ਹੋ ਕੇ ਹਰੀ ਸਿਮਰਨ ਪ੍ਰਾਪਤ ਕਰਦਾ ਹੈ, ਯਾਨੀ ਉਹ ਗੁਰੂ ਦੁਆਰਾ ਸਿਮਰਨ ਦੀ ਪ੍ਰਾਪਤੀ ਕਰਦਾ ਹੈ। ਗੁਰਮੁਖ ਹੋਣਾ ਅਤੇ ਗੁਰੂ ਦੁਆਰੇ ਯਾਨੀ ਗੁਰੂ ਤੋਂ ਨਾਮ ਪ੍ਰਾਪਤ ਕਰਨਾ ਇੱਕ ਰੂਪ ਹੀ ਹੈ। ਹੁਣ ਗੁਰਮੁਖ ਪਿਆਰੇ ਜ਼ਿਕਰ ਕਰਦੇ ਨੇ ਵੀ ਕਿਵੇਂ ਪਤਾ ਲੱਗੇ ਕਿ ਪਰਮੇਸ਼ਰ ਨੇ ਸਾਡੇ ਕਰਮਾਂ ਵਿੱਚ ਨਾਮ ਜਪਣਾ ਲਿਖਿਆ ਹੈ, ਸੰਗਤ ਕਰਨਾ ਲਿਖਿਆ ਹੈ, ਔਰ ਕਿਵੇਂ ਪਤਾ ਲੱਗੇ ਕਿ ਸਾਡੇ ਕਰਮਾਂ 'ਚ ਭਗਤੀ, ਨਾਮ ਜਪਣਾ, ਸੰਗਤ ਕਰਨਾ ਨਹੀਂ। ਜੇਕਰ ਵਾਹਿਗੁਰੂ ਜਪਣ ਦਾ ਦਿਲ ਕਰਦਾ ਹੈ, ਇਕਾਂਤ ਵਿੱਚ ਬੈਠਣ ਦਾ ਦਿਲ ਕਰਦਾ ਹੈ ਔਰ ਬਾਰ-ਬਾਰ ਬਾਣੀ ਪੜ੍ਹਨ ਦਾ ਮਿਠਾਸ ਨਾਲ ਮਨ ਕਰਦਾ ਹੈ, ਇਸ ਤੋਂ ਭਾਵ ਹੈ ਕਿ ਸਾਡੇ ਕਰਮਾਂ ਨੇ ਪਿਛਲੀ ਪ੍ਰਾਰਬਧ ਕਰਕੇ, ਪਿਛਲੇ ਕਰਮਾਂ ਕਰਕੇ ਪ੍ਰਭੂ ਜੀ ਨੇ ਸਾਡੀ ਕਿਸਮਤ ਵਿੱਚ ਨਾਮ ਜਪਣਾ ਲਿਖਿਆ ਹੈ। ਪਰੰਤੂ ਜੇ ਵਾਹਿਗੁਰੂ ਕਰਨ ਦਾ ਮਨ ਨਹੀਂ ਕਰਦਾ, ਗੁਰੂ ਕੇ ਦੁਆਰੇ ਜਾਣ ਦਾ ਮਨ ਨਹੀਂ ਕਰਦਾ, ਬਾਣੀ ਪੜ੍ਹਨ ਵਿੱਚ ਮਨ ਨਹੀਂ ਭਿੱਜਦਾ, ਇਸ ਤੋਂ ਭਾਵ ਹੈ ਕਿ ਸਾਡੇ ਕਰਮਾਂ ਵਿੱਚ ਨਾਮ ਜਪਣਾ ਨਹੀਂ। ਜੇ ਨਾਮ ਜਪਣਾ ਨਹੀਂ, ਨਾਮ ਤਾਂ ਬਹੁਤ ਜ਼ਰੂਰੀ ਹੈ, ਨਾਮ ਦੀ ਪ੍ਰਾਪਤੀ ਤਾਂ ਬਹੁਤ ਜ਼ਰੂਰੀ ਹੈ ਅਤੇ ਨਾਮ ਸਿਮਰਨ ਤਾਂ ਇਸ ਜਨਮ ਦਾ ਮੁੱਖ ਮਕਸਦ ਹੈ। ਜੇ ਨਹੀਂ ਲਿਖਿਆ ਫਿਰ ਕੀ ਕਰੀਏ? ਜੇ ਨਹੀਂ ਲਿਖਿਆ ਤਾਂ ਗੁਰਮੁਖ ਪਿਆਰੇ ਦੱਸਦੇ ਨੇ ਫਿਰ ਤਰਲਾ ਕਰਨਾ, ਫਿਰ ਬੇਨਤੀਆਂ, ਫਿਰ ਅਰਜ਼ੋਈਆਂ, ਰੋ ਰੋ ਕੇ ਅਰਜ਼ੋਈਆਂ ਕਰਨੀਆਂ ਨੇ, ਹੇ ਪ੍ਰਭੂ ਮੈਨੂੰ ਵੀ ਸੰਗਤ ਬਖਸ਼ੋ, ਹੇ ਸਤਿਗੁਰੂ ਜੀ ਮੈਨੂੰ ਵੀ ਬਾਣੀ ਬਖਸ਼ੋ, ਹੇ ਪ੍ਰਭੂ ਜੀ ਮੇਰੇ ਭਾਗਾਂ ਵਿੱਚ ਵੀ ਨਾਮ ਜਪਣਾ ਬਖਸ਼ੋ। ਜਦੋਂ ਅਸੀਂ ਤਰਲੇ ਕਰਾਂਗੇ, ਉਹਨਾਂ ਬੇਨਤੀਆਂ ਸਦਕਾ ਪ੍ਰਭੂ ਆਪ ਟੁੱਟ ਕੇ ਸਾਡੇ ਭਾਗਾਂ ਵਿੱਚ ਨਾਮ ਸਿਮਰਨ ਦਾ ਕਰਮ, ਭਾਗ, ਕਿਸਮਤ ਲਿਖ ਦੇਵੇਗਾ, ਤਾਂ ਜੋ ਸਾਡਾ ਆਉਣ ਵਾਲਾ ਜੋ ਸਮਾਂ ਹੈ, ਆਉਣ ਵਾਲੇ ਜੋ ਜਨਮ ਨੇ, ਉਹ ਨਾਮ ਦੀ ਮਹਿਮਾ ਕਰਕੇ, ਨਾਮ ਦੇ ਪ੍ਰਭਾਵ ਕਰਕੇ ਸਫਲਾ ਹੋ ਸਕਣ। ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।